दंडोत वंदन गवार सर्व कला समरथ डोलन ते राखो प्रभु नानक दे कर हथ। हम अवगुण भरे एक गुण नाई, अमृत चार बिखै बिखाई। माया मोह भरम पै भूले, सुत दारा स्यों प्रीत लगाई। एक उत्तम पंथ सुनियो गुर संगत, हे मिलंत जम त्रास मिटाई। एक अरदास पाठ कीरत की, गुर रामदास राखो सरनाई। सतनाम श्री वाहिगुरु साहिब जी। श्लोक महला दूजा। एक नेही दात आपसे जो पाईਐ, नानक सा करमात। साहिब तुठै जो मिलै। महला दूजा। एक नेही चाकरी, जित पो खसम न जाए। नानक सेवक काढीਐ, जे सेती खसम समाए। पौड़ी। नानक अंत न जापणी, हर ताके पारावार। आप कराए साखती, फिर आप कराए मार। इक ना गली जंजीरिया, इक तुरी चढ़ै बीसियार। आप कराए करे आप, हौ कैस्यों करी पुकार। नानक करना जिन किया, फिर तिसि करनी सार। नानक करना जिन किया, फिर तिसि करनी सार। वाहिगुरु जी का खालसा, वाहिगुरु जी की फतेह। गुरु रूप गुरु खालसा, साध संगत जीओ। सतगुरु धन धन श्री गुरु ग्रंथ ਸਾਹਿਬ महाराज जी की पावन बाणी। वाहो वाहो बाणी निरंकार है, तिस जेव डबर ना कोय। वाहो वाहो अगम अथाओ है, वाहो वाहो सच्चा सोए। बाणी गुरु गुरु है बाणी विच बाणी, अमृत सारे गुर बाणी कह। सेवक जन मानै, प्रतख गुरु निस्तारे। सतगुरु जी की पावन बाणी की जो पावन कथा लड़ीवार आपां नूं प्राप्त हो रही है, तिस दे तहत आसा की वार दी 23ਵੀਂ पौड़ी और उस दे नाल जो 2 श्लोक आए हैं, पाठ आप जी ने सरवण किया है। सतगुरु जी के पावन अमृत बचन श्री गुरु ग्रंथ ਸਾਹਿਬ महाराज जी के पावन अंग 474 तो आरंभ हो के 475 अंग ते संपूर्ण होंदे हन। इन्हां पावन अमृत वचनां दे विच गुरु पातशाह जी सानू की उपदेश बख्शिश कर रहे हैं। इस पौड़ी दे नाल 2 श्लोक आए हैं। दोवें श्लोक धन धन श्री गुरु अंगद देव महाराज जी दे हन। गुरबाणी की जदों आपां कथा विचार करिए जां कीर्तन किया जावे, तां जिहड़ियां पंक्तियां
ਮੁੱਖ ਭਾਵ ਦੇ ਵਿੱਚ ਹਨ, ਉਹਨਾਂ ਨੂੰ ਆਧਾਰ ਬਣਾ ਕੇ ਕੀਰਤਨ ਜਾਂ ਕਥਾ ਕੀਤੀ ਜਾਂਦੀ ਹੈ। ਸ਼ਬਦ ਦੇ ਵਿੱਚ ਜਿਹੜਾ ਰਹਾਉ ਦਾ ਬੰਦ ਹੈ ਉਹ ਕੇਂਦਰੀ ਭਾਵ ਹੁੰਦਾ ਹੈ। ਸਾਰੇ ਸ਼ਬਦ ਦਾ ਮੁੱਖ ਜਿਹੜਾ ਅਰਥ ਭਾਵ ਹੈ ਉਹਨਾਂ ਪੰਕਤੀਆਂ ਵਿੱਚ ਛੁਪਿਆ ਹੁੰਦਾ ਹੈ। ਅਤੇ ਜਦੋਂ ਆਪਾਂ ਵਾਰਾਂ ਦੀ ਕਥਾ ਕਰਨੀ ਹੈ, ਜਿਹੜੀਆਂ 22 ਵਾਰਾਂ ਹਨ, ਉਹਨਾਂ ਦੇ ਵਿੱਚ ਜੋ ਪੌੜੀ ਵਾਲਾ ਸ਼ਬਦ ਹੈ ਉਹਦੇ ਵਿੱਚ ਜੋ ਮਹਾਰਾਜ ਜੀ ਨੇ ਉਪਦੇਸ਼ ਸਾਨੂੰ ਗੋਝ ਭਾਵ ਦੇ ਵਿੱਚ ਆਖਿਆ ਹੈ, ਉਸ ਨੂੰ ਸ਼ਲੋਕਾਂ ਦੇ ਵਿੱਚ ਵਿਸਤਾਰ ਦਿੱਤਾ ਹੈ। ਜੋ ਪੌੜੀ ਦੇ ਵਿੱਚ ਸ਼ਬਦ ਗੱਲ ਗੋਝ ਭਾਵ ਦੇ ਵਿੱਚ ਹੈ, ਸ਼ਲੋਕ ਉਹਦੀ ਵਿਆਖਿਆ ਕਰਦੇ ਨੇ। ਪੌੜੀ ਵਾਲਾ ਸ਼ਬਦ ਹੈ, ਨਾਨਕ ਅੰਤ ਨ ਜਾਪਣੀ ਹਰ ਤਾ ਕੇ ਪਾਰਾਵਾਰ। ਆਪ ਕਰਾਏ ਸਾਖਤੀ ਫਿਰ ਆਪ ਕਰਾਏ ਮਾਰ, ਇੱਕ ਨਾ ਗਲੀ ਜੰਜੀਰੀਆਂ ਇੱਕ ਤੁਰੀ ਚੜ੍ਹੈ ਬੀਸਿਆਰ। ਆਪ ਕਰਾਏ ਕਰੇ ਆਪੋਂ ਕੈਸਿਓ ਕਰੀ ਪੁਕਾਰ, ਨਾਨਕ ਕਰਨਾ ਜਿਨ ਕੀਆ ਫਿਰ ਤਿਸ ਹੀ ਕਰਨੀ ਸਾਰ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਸਾਰਾ ਕੁਝ ਕਰਨ ਵਾਲਾ ਉਹ ਵਾਹਿਗੁਰੂ ਆਪ ਹੀ ਹੈ। ਸੰਸਾਰ ਦੇ ਵਿੱਚ ਝਾਤੀ ਮਾਰੋ, ਵਾਹਿਗੁਰੂ ਨੇ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ। ਰੰਗਾਂ ਰੰਗਾਂ ਦੀ ਭਾਂਤ ਭਾਂਤ ਦੀ ਦੁਨੀਆ ਜੀਵ ਪੈਦਾ ਕੀਤੇ ਨੇ। ਇੱਕ ਉਹ ਜੀਵ ਨੇ ਮਨੁੱਖ ਨੇ ਵੇਖੋ ਜਿਹੜੇ ਬੜਾ ਸੁੱਖ ਭੋਗਦੇ ਨੇ, ਇੱਕ ਉਹ ਮਨੁੱਖ ਨੇ ਜਿਹੜੇ ਵਿਚਾਰੇ ਸਾਰੀ ਉਮਰ ਘਾਲਣਾ ਘਾਲਦੇ ਨੇ। ਕਈ ਕੋਟ ਘਾਲੈ ਥੱਕ ਪਾਹੇ, ਕਈ ਕੋਟ ਬੈਠਤ ਹੀ ਖਾਏ। ਕੋਈ ਵਧੀਆ ਸਵਾਰੀਆਂ ਕਰਦਾ ਅਤੇ ਕਿਸੇ ਦੇ ਪੈਰ ਦੇ ਵਿੱਚ ਪਾਉਣ ਵਾਸਤੇ ਜੁੱਤੀ ਵੀ ਨਹੀਂ ਹੈ। ਇਹ ਉਸ ਵਾਹਿਗੁਰੂ ਪਰਮਾਤਮਾ ਦੀ ਐਸੀ ਅਜਬ ਖੇਡ ਇੱਕ ਰਚੀ ਹੋਈ ਹੈ। ਹੁਣ ਇਹਦੇ ਵਿੱਚ ਮਹਾਰਾਜ ਸਾਨੂੰ ਉਪਦੇਸ਼ ਕੀ ਦੇਣਾ ਚਾਹੁੰਦੇ ਨੇ। ਮਨੁੱਖੀ ਦੁਨੀਆ ਦੇ ਅੰਦਰ ਆਪਾਂ ਵੇਖੀਏ, ਮਨੁੱਖ ਜਦੋਂ ਇਹਦੇ ਕੋਲ ਕੋਈ ਵਸਤੂ ਇਹਨੂੰ ਪ੍ਰਾਪਤ ਹੋਈ, ਕੋਈ ਵੀ ਇਹਨੇ ਸਾਧਨਾ ਕੀਤੀ, ਤਾਂ ਉਸ ਮਾਲਕ ਵਾਹਿਗੁਰੂ ਨਾਲ ਨਹੀਂ ਜੁੜਿਆ ਜਿਸ ਨੇ ਸਾਰੀ ਖੇਡ ਨੂੰ ਜੋ ਕਰ ਰਿਹਾ ਹੈ। ਇਹਨੇ ਆਪਾ ਭਾਵ ਜਣਾਉਣਾ ਸ਼ੁਰੂ ਕਰ ਦਿੱਤਾ ਕਿ ਮੈਂ ਕੀਤਾ ਹੈ, ਇਹ ਮੇਰੇ ਕਰਕੇ ਹੋਇਆ ਹੈ, ਮੇਰੇ ਆਪਣੇ ਬਲ ਨਾਲ ਇਹ ਹੋਇਆ ਹੈ। ਜਿਵੇਂ ਵੇਖੋ ਆਪਣਾ ਇੱਕ ਨੋਰਮਲ ਘਰ ਹੈ, ਉਹਦੇ ਵਿੱਚ ਇੱਕ ਬੱਚਾ ਪੜ੍ਹਦਾ ਹੈ, ਮਾਂ ਪਿਓ ਨੂੰ ਪੜ੍ਹਾਈ ਕਰਾਉਂਦੇ ਨੇ, ਸਾਰੀਆਂ ਸਹੂਲਤਾਂ ਦਿੰਦੇ ਨੇ, ਅਤੇ ਉਹ ਬੱਚਾ ਅਕਸਰ ਆਪਾਂ ਵੇਖਦੇ ਹਾਂ ਵੱਡਾ ਹੋ ਕੇ ਇਹੀ ਜਣਾਉਂਦਾ ਹੈ ਕਿ ਮੈਂ ਪੜ੍ਹਾਈ ਕੀਤੀ, ਮੈਂ ਬੜੀ ਮਿਹਨਤ ਕੀਤੀ ਹੈ ਤਾਂ ਮੈਂ ਇਸ ਰੁਤਬੇ 'ਤੇ ਪਹੁੰਚਿਆ ਹਾਂ। ਕੋਈ ਬਿਰਲਾ ਹੈ ਜਿਹੜਾ ਸੰਸਾਰ ਦੇ ਲੋਕਾਂ ਨੂੰ ਇਹ ਕਹਿੰਦਾ ਨਹੀਂ ਭਾਈ, ਇਹ ਜੇ ਮੇਰੇ ਮਾਤਾ ਪਿਤਾ ਨਾ ਮੇਰੇ 'ਤੇ ਕਿਰਪਾ ਕਰਦੇ, ਮੈਨੂੰ ਇੰਨੀਆਂ ਸਹੂਲਤਾਂ ਨਾ ਦਿੰਦੇ, ਇੰਨੀ ਉਹ ਸਾਧਨਾ ਨਾ ਕਰਦੇ, ਅਤੇ ਮੈਂ ਕੁਝ ਵੀ ਨਹੀਂ ਬਣ ਸਕਦਾ ਸੀ। ਤੁਸੀਂ ਵੇਖਿਆ ਹੋਣਾ ਆਮ ਕਰਕੇ ਅੱਜ ਆਪਾਂ ਵੇਖਦੇ ਹਾਂ ਮਨੁੱਖ ਆਪਣੇ ਮਾਂ ਪਿਓ ਨਾਲੋਂ ਟੁੱਟ ਰਿਹਾ ਹੈ, ਵੱਡਿਆਂ ਦਾ ਸਤਿਕਾਰ ਨਹੀਂ ਕਰਦਾ। ਉਹਦਾ ਕਾਰਨ ਕੀ ਹੈ? ਸੰਸਾਰ ਵਿੱਚ ਉਹ ਪੜ੍ਹ ਲਿਖ ਕੇ ਕੁਝ ਬਣ ਗਿਆ ਅਤੇ ਹੁਣ ਆਦਾ ਤੁਹਾਨੂੰ ਕੀ ਆਉਂਦਾ ਹੈ। ਪਰ ਉਸ ਮੂਰਖ ਨੂੰ ਕੌਣ ਸਮਝਾਵੇ ਕਿ ਤੇਰਾ ਇਹ ਸਾਰਾ ਜੀਵਨ ਜੋ ਕੁਝ ਵੀ ਤੂੰ ਹੈ ਇਹ ਆਪਣੇ ਮਾਂ ਪਿਓ ਦੀ ਬਦੌਲਤ ਹੈ। ਪਰ ਅਕਸਰ ਇਹੀ ਹੈ ਕਿ ਮਨੁੱਖ ਕਹਿੰਦਾ ਨਹੀਂ, ਇਹਨਾਂ ਨੇ ਸਾਡੇ ਵਾਸਤੇ ਕੀ ਕੀਤਾ ਹੈ।
ਜਦ ਕਿ ਪਤਾ ਨਹੀਂ ਕਿੰਨਾ ਕੁ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸੰਤਾਪ ਹੰਢਾਇਆ ਕਿ ਸਾਡੇ ਬੱਚੇ ਸਫਲ ਹੋ ਜਾਣ। ਆਪਣੇ ਤਨ 'ਤੇ ਆਪਣੇ ਮਨ 'ਤੇ ਵੀ ਸੰਤਾਪ ਹੰਢਾਇਆ। ਲੋਕ ਮਨ ਕਰਕੇ ਵੀ ਟੌਰਚਰ ਕਰਦੇ ਨੇ, ਬੜਾ ਕੁਝ ਹੁੰਦਾ ਹੈ, ਪਰ ਉਹ ਮਾਂ ਪਿਓ ਆਪਣੇ ਤਨ 'ਤੇ ਆਪਣੇ ਜੀਵਨ ਦੇ ਵਿੱਚ ਉਸ ਚੀਜ਼ ਨੂੰ ਹੰਢਾ ਕੇ ਕਹਿੰਦੇ ਵੀ ਸਾਡਾ ਬੱਚਾ ਸਫਲ ਹੋਣਾ ਚਾਹੀਦਾ ਹੈ। ਅਤੇ ਬੱਚਾ ਵੱਡਾ ਹੋ ਗਿਆ, ਜਦੋਂ ਪੜ੍ਹ ਲਿਖ ਗਿਆ, ਉਹ ਕਹਿੰਦਾ ਲੈ ਤੁਸੀਂ ਕੀ ਕੀਤਾ ਸਾਰੀ ਉਮਰ। ਬਿਲਕੁਲ ਇਹੀ ਗੱਲ ਹੈ। ਮਨੁੱਖ ਪਰਮਾਤਮਾ ਨੇ ਇੰਨੀਆਂ ਦਾਤਾਂ ਦੇ ਕੇ ਦੁਨੀਆ ਦੇ ਵਿੱਚ ਸਾਜ ਕੇ ਨਵਾਜ ਕੇ ਭੇਜਿਆ ਹੈ, ਅਤੇ ਇਹ ਆਪਣੇ ਵੱਲੋਂ ਖਾਨਾ ਪੂਰਤੀ ਕਰਕੇ ਕਹਿੰਦਾ ਜੋ ਕੁਝ ਕੀਤਾ ਮੈਂ ਕੀਤਾ ਹੈ। ਪਰਮਾਤਮਾ ਨੇ ਕੀ ਕੀਤਾ ਹੈ, ਰੱਬ ਨੇ ਕੀ ਦਿੱਤਾ ਹੈ। ਇਹ ਕਈ ਆਪਾਂ ਸਾਇੰਸ ਵਾਲੇ ਉਹ ਜਿਹੜੇ ਨੇ, ਚਲੋ ਸਾਇੰਸ ਵਾਲੇ ਆਪਣੀ ਗੱਲ 'ਤੇ ਠੀਕ ਨੇ ਕਿਉਂਕਿ ਉਹਨਾਂ ਨੂੰ ਧਰਮ ਦਾ ਗਿਆਨ ਨਹੀਂ, ਪਰ ਕਈ ਧਰਮ ਦਾ ਬਾਣਾ ਪਾ ਕੇ, ਧਰਮ ਦਾ ਚੋਲਾ ਪਾ ਕੇ ਸਾਇੰਸ ਚੁੱਕੀ ਫਿਰਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਫਿਰ ਤੁਸੀਂ ਕਹਿੰਦੇ ਹੋ ਇਹ ਜਿਹੜੀ ਬਾਹਰਲੀ ਕੋਈ ਵੀ ਉਹ ਕਰਮ ਕੀਤਾ, ਕਹਿੰਦੇ ਇਹ ਦਾਤ ਹੈ ਰੱਬ ਦੀ। ਨਾ ਰੱਬ ਦਾ ਹੀ ਲੈਂਦੇ ਨੇ, ਪਰ ਰੱਬ ਦੇ ਮਾਇਨੇ ਕੁਝ ਹੋਰ ਬਣਾ ਦਿੱਤੇ ਉਹਨਾਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਕੈਸੀ ਦਾਤ ਹੈ ਜਿਹੜੀ ਤੁਸੀਂ ਆਪਣੇ ਵੱਲੋਂ ਹੀ ਸਭ ਕੁਝ ਜੀ ਉਹਨੂੰ ਸੱਚ ਕਰਕੇ ਵਿਖਾਤਾ ਵੀ ਹਾਂ ਇੱਦਾਂ ਇਹੀ ਭਗਤੀ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਦੇਵ ਜੀ ਫਰਮਾਨ ਕਰ ਰਹੇ, ਸ਼ਲੋਕ ਮਹੱਲਾ ਦੂਜਾ, ਇਹ ਕੰਦੇਹੀ ਦਾਤ ਆਪਸ ਤੇ ਜੋ ਪਾਈ ਹੈ। ਬੜੀ ਰਮਜ ਦੇ ਵਿੱਚ ਮਹਾਰਾਜ ਇਹ ਬਚਨ ਆਖਦੇ ਨੇ। ਪਾਠ ਆਪਾਂ ਭਾਵੇਂ ਰੋਜ਼ ਕਰਦੇ ਹਾਂ ਜਾਂ ਸੁਣਦੇ ਹਾਂ, ਪਰ ਸਮਝੇ ਗੱਲ ਬੜੀ ਰਮਜ ਵਿੱਚ ਮਹਾਰਾਜ ਨੇ ਆਖੀ ਹੈ। ਇਹ ਕਨੇਹੀ ਦਾਤ, ਇਹ ਕੈਸੀ ਦਾਤ ਹੈ ਆਪਸ ਤੇ ਜੋ ਪਾਈ ਹੈ, ਜੋ ਤੂੰ ਆਪਣੇ ਵੱਲੋਂ ਹੀ ਕਹਿਤਾ ਇਹ ਰਹੀ ਰੱਬੀ ਦਾਤ ਹੈ। ਮੰਨ ਲਓ ਜਿਵੇਂ ਕੋਈ ਮਨੁੱਖ ਤੀਰਥਾਂ 'ਤੇ ਜਾਂਦਾ ਹੈ ਜਾਂ ਕੋਈ ਪੱਥਰਾਂ ਦੀ ਪੂਜਾ ਕਰਦਾ ਹੈ, ਕੋਈ ਜਾਨਵਰਾਂ ਦੀ ਪੂਜਾ ਕਰਦਾ ਹੈ, ਅਤੇ ਉਹ ਉਸੇ ਨੂੰ ਕਹਿੰਦਾ ਇਹ ਰੱਬੀ ਦਾਤ ਹੈ, ਉਸੇ ਨੂੰ ਮੰਨੀ ਬੈਠਾ ਰੱਬੀ ਦਾਤ ਹੈ। ਰੱਬੀ ਦਾਤ ਕਿਹੜੀ ਹੈ? ਜਿਹੜੀ ਰੱਬ ਵੱਲੋਂ ਮਿਲੇ। ਰੱਬੀ ਦਾਤ ਗੁਰਬਾਣੀ ਦੇ ਵਿੱਚ ਮਹਾਰਾਜ ਇੱਕੋ ਕਹਿੰਦੇ ਨੇ, ਉਹ ਹੈ ਪਰਮਾਤਮਾ ਦੀ ਸਿਫਤ ਸਲਾਹ, ਵਾਹਿਗੁਰੂ ਦੀ ਬੰਦਗੀ। ਮਨੁੱਖ ਨੇ ਆਪਣੇ ਆਪ ਹੀ ਖਾਨਾ ਪੂਰਤੀ ਕਰਕੇ ਕਹਿਤਾ ਇਹ ਉਹਦੀ ਦਾਤ ਹੈ, ਇਹ ਉਹਦੀ ਦਾਤ ਹੈ, ਪਰ ਉਹਨੂੰ ਪੁੱਛ ਤੋਂ ਲੈ ਵੀ ਉਹਦੀ ਦਾਤ ਹੈ ਵੀ ਕਿ ਨਹੀਂ। ਆਪਣੇ ਵੱਲੋਂ ਹੀ ਆਪਾਂ ਸੱਚੇ ਮੁੱਚੇ ਹੋ ਕੇ ਕਹਿਤਾ ਜੀ ਇਹ ਦਾਤ ਹੈ ਉਹਦੀ, ਪਰ ਪਾਤਸ਼ਾਹ ਜੀ ਕਹਿੰਦੇ ਭਾਈ ਨਹੀਂ, ਇਹ ਰੱਬੀ ਦਾਤ ਨਹੀਂ ਹੈ। ਜੋ ਤੂੰ ਆਪਣੇ ਆਪ ਜਿਵੇਂ ਇਹਨੂੰ ਹੋਰ ਸਮਝ ਲਈਏ, ਬਜ਼ੁਰਗ ਮਾਂ ਪਿਓ ਨੇ ਨਾ, ਬੱਚਾ ਉਹਨਾਂ ਦੇ ਕੋਲ ਪੜ੍ਹ ਲਿਖ ਕੇ ਵੱਡਾ ਅਫਸਰ ਲੱਗ ਗਿਆ, ਆਇਆ ਵਿਆਹਿਆ ਗਿਆ, ਮਾਂ ਪਿਓ ਨੂੰ ਪੁੱਛਦਾ ਨਹੀਂ। ਹਾਂ ਕਦੀ ਵਧੀਆ ਸੂਟ ਲੈ ਦਿੰਦਾ, ਕਦੀ ਜੁੱਤੀ ਲੈ ਤੀ, ਨੌਕਰ ਵੀ ਰੱਖਤਾ ਵੀ ਰੋਟੀ ਪਾਣੀ ਬਾਪੂ ਬੇਬੇ ਨੂੰ ਦੇਈ ਜਾਈਏ। ਆਪਣੇ ਵੱਲੋਂ ਪੂਰਾ ਹੋ ਗਿਆ ਹੈ, ਦੁਨੀਆ ਨੂੰ ਕਹਿੰਦਾ ਮੈਂ ਬੜੀ ਸੇਵਾ ਕਰਦਾ ਹਾਂ, ਮੇਰੇ 'ਤੇ ਬੜੀ ਕਿਰਪਾ ਹੈ। ਪਰ ਕਦੇ ਮਾਂ ਪਿਓ ਨੂੰ ਵੀ ਜਾ ਕੇ ਪੁੱਛ ਲੈ ਵੀ ਉਹ ਤੇਰੀ ਇਸ ਗੱਲ 'ਤੇ ਖੁਸ਼ ਹੈ ਕਿ ਨਹੀਂ, ਕਿਉਂਕਿ ਉਹ ਇਹਨਾਂ ਚੀਜ਼ਾਂ ਨਾਲ ਨਹੀਂ ਖੁਸ਼ ਹੁੰਦੇ। ਜੇਕਰ ਬੱਚਾ ਉਹਨਾਂ ਕੋਲ ਬੈਠਦਾ ਹੀ ਨਹੀਂ 10 ਮਿੰਟ ਆਪਣੇ ਮਾਂ ਦੇ ਕੋਲ, ਆਪਾਂ ਛੋਟੇ ਹੁੰਦੇ ਸੀ ਨਾ, ਅਤੇ ਭੱਜ ਕੇ ਜਾ ਕੇ ਮਾਂ ਦੀ ਗੋਦੀ ਵਿੱਚ ਬਹਿ ਜਾਂਦੇ ਸੀ, ਮਾਂ ਦੇ ਕੋਲ ਬੈਠ ਜਾਣਾ, ਉਹਨੇ ਰੋਟੀ ਬਣਾਉਣੀ ਅਤੇ ਉਹਦੇ ਕੋਲ ਬਹਿ ਕੇ ਚੌਂਕੇ ਦੇ ਵਿੱਚ ਰੋਟੀ ਖਾਣੀ। ਮਾਂ ਨੇ ਆਵਾਜ਼ ਮਾਰਨੀ ਮੇਰੇ ਕੋਲ ਆ ਕੇ ਬਹਿ ਰੋਟੀ ਖਾ ਲੈ। ਅਤੇ ਕਦੇ ਆਪਾਂ ਵੀ ਕਹੀਏ ਵੀ ਮਾਤਾ ਪਿਤਾ ਸਾਡੇ ਨਾਲ ਬੈਠ ਕੇ ਰੋਟੀ ਖਾਓ, ਬੜਾ ਬਿਜੀ ਹੋ ਗਿਆ, ਕਹਿੰਦਾ ਮੈਂ ਬੜਾ ਬਿਜੀ ਹਾਂ। ਕਦੇ
ਉਹਨਾਂ ਦੇ ਜਦੋਂ ਕੋਈ ਮੇਲਾ ਹੋਣਾ ਆਸੇ ਪਾਸੇ ਤੇ ਆਪਾਂ ਮਾਂ ਪਿਓ ਨੂੰ ਕਹਿਣਾ ਵੀ ਸਾਨੂੰ ਵੀ ਮੇਲੇ ਲੈ ਕੇ ਚਲੋ, ਤੇ ਉਹਨਾਂ ਦੇ ਭਾਵੇਂ ਕਿੰਨੇ ਕੰਮ ਜ਼ਰੂਰੀ ਹੋਣੇ, ਉਹਨਾਂ ਨੇ ਕਹਿਣਾ ਚੱਲ ਬੱਚੇ ਜਿੱਦ ਕਰ ਰਹੇ ਨੇ, ਇਹਨਾਂ ਨੂੰ ਮਾੜਾ ਜਿਹਾ ਘੁਮਾ ਲਿਆਈ ਮੇਲੇ, ਲੈ ਚੱਲੀਏ, ਲੈ ਜਾਂਦੇ ਨੇ, ਦਿਖਾ ਲਿਆਉਂਦੇ ਨੇ। ਕੋਈ ਉਹਨਾਂ ਦਾ ਬੱਚਿਆਂ ਦਾ ਜਨਮ ਦਿਨ ਆਇਆ, ਉਹਨਾਂ ਨੇ ਤਾਂ ਜਿੱਦ ਕੀਤੀ, ਤਾਂ ਚੀਜ਼ ਲੈ ਦਿੱਤੀ। ਪਰ ਮਾਂ ਪਿਓ ਤਾਂ ਜਿੱਦ ਵੀ ਨਹੀਂ ਕਰਦੇ, ਪਰ ਉਹਨਾਂ ਦਾ ਵੀ ਦਿਲ ਕਰਦਾ ਵੀ ਸਾਡਾ ਪੁੱਤ ਧੀ ਸਾਡੇ ਕੋਲ ਆ ਕੇ ਬੈਠੇ। ਕਈ ਘਰਾਂ ਵਿੱਚ ਐਸਾ ਵੀ ਦੇਖਣ ਨੂੰ ਮਿਲਦਾ ਹੈ, ਉਹ ਬੱਚਿਆਂ ਦੇ ਅੱਗੋਂ ਪੋਤਰੀ ਪੋਤਰਾ ਦੋਤਰੀ ਦੋਤਰਾ ਜਵਾਨ ਹੋਏ ਸ਼ਗਨ ਲਾਉਣਗੇ ਤੇ ਕਹਿੰਦੇ ਬੁੱਢੀ ਨੂੰ ਪੁੱਛਣਾ ਹੀ ਨਹੀਂ ਹੈ, ਬੁੱਢੀ ਮਾਂ ਨੂੰ, ਬੁੱਢੇ ਬਜ਼ੁਰਗ ਨੂੰ ਕੀ ਲੋੜ ਹੈ ਪੁੱਛਣ ਦੀ। ਉਹਨਾਂ ਨੂੰ ਨਾਲ ਤਾਂ ਕੀ ਖੜਨਾ ਹੈ, ਇੰਨਾ ਵੀ ਨਹੀਂ ਦੱਸਿਆ ਵੀ ਅਸੀਂ ਕੀ ਕੰਮ ਕਰਦੇ ਫਿਰਦੇ ਹਾਂ, ਤੇ ਉਹਨਾਂ ਦੇ ਮਨ 'ਤੇ ਫਿਰ ਕੀ ਬੀਤਦੀ ਹੋਵੇਗੀ। ਬਿਲਕੁਲ ਇਸੇ ਤਰ੍ਹਾਂ ਧਰਮ ਦੀ ਦੁਨੀਆ ਵਿੱਚ ਮਨੁੱਖ ਆਪਣੇ ਵੱਲੋਂ ਖਾਨਾ ਪੂਰਤੀ ਕਹਿੰਦਾ ਇਹ ਰੱਬੀ ਦਾਤ ਹੈ, ਪਰ ਪਾਤਸ਼ਾਹ ਕਹਿੰਦੇ ਰੱਬ ਨੂੰ ਤੇ ਪੁੱਛ, ਪਹਿਲਾਂ ਗੁਰੂ ਨੂੰ ਤੇ ਪੁੱਛ ਵੀ ਹਾਂ ਇਹ ਦਾਤ। ਮਹਾਰਾਜ ਕਹਿੰਦੇ ਭਾਈ ਜਿਹੜੀ ਗੁਰੂ ਕੀ ਦਾਤ ਹੈ ਨਾ, ਇਹ ਜੀ ਗੁਰ ਕੀ ਦਾਤ ਨਾ ਮੇਟੀ ਜਾਈ। ਗੁਰੂ ਦੀ ਦਾਤ ਕਿਹੜੀ ਹੈ? ਗੁਰੂ ਦਾ ਉਪਦੇਸ਼, ਗੁਰੂ ਵੱਲੋਂ ਦਿੱਤੀ ਹੋਈ ਸਾਨੂੰ ਵਾਹਿਗੁਰੂ ਜੀ ਸਿਫਤ ਸਲਾਹ ਬਖਸ਼ਿਸ਼ ਰਹਿਮਤ। ਆਪਾਂ ਆਪਣੇ ਹਿਸਾਬ ਨਾਲ ਹੀ ਨਿਤਨੇਮ ਕਰਦੇ ਹਾਂ, ਆਪਣੇ ਹਿਸਾਬ ਨਾਲ ਹੀ ਸਾਰਾ ਕੁਝ ਕਹਿੰਦੇ ਹਾਂ, ਬਸ ਹੋ ਗਿਆ, ਭਗਤੀ ਹੋ ਗਈ ਹੈ। ਪਰ ਗੁਰੂ ਨੂੰ ਤਾਂ ਪੁੱਛ ਕੇ ਵੇਖੀਏ ਵੀ ਇਹ ਭਗਤੀ ਹੈ ਵੀ ਕਿ ਨਹੀਂ। ਆਪਾਂ ਆਪਣੇ ਵੱਲੋਂ ਤਾਂ ਕਰ ਲਿਆ ਨਾ ਪੂਰਾ, ਪਰ ਗੁਰੂ ਨੂੰ ਪੁੱਛ ਕੇ ਵੇਖੀਏ, ਕਿਉਂਕਿ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਗਤੀ ਉਹੀ ਹੈ। ਆਪਾਂ ਸ਼ਾਇਦ ਕੱਲ੍ਹ ਵੀ ਇਹ ਬਚਨ ਸਾਂਝੇ ਕੀਤੇ ਸੀ। ਗੁਰੂ ਰਾਮਦਾਸ ਮਹਾਰਾਜ ਕਹਿੰਦੇ ਵੀ ਆਉਂਦੇ ਬੜੇ ਨੇ ਸੇਵਕ, ਸਿੱਖ ਬੜੇ ਆਉਂਦੇ ਨੇ ਸਾਡੇ ਕੋਲ, ਪੂਜਦੇ ਵੀ ਨੇ ਪੂਰਾ ਐਨ, ਤੇ ਬਾਣੀ ਵੀ ਪੜ੍ਹਦੇ ਨੇ, ਕਿਉਂਕਿ ਦੁਨੀਆ ਨੇ ਇਸੇ ਨੂੰ ਭਗਤੀ ਮੰਨ ਲਿਆ। ਪਰ ਪਾਤਸ਼ਾਹ ਕਹਿੰਦੇ ਪ੍ਰਵਾਨ ਨਹੀਂ ਹੋਏ। ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਊਤਮ ਬਾਣੀ। ਗਾਵਿਆ ਸੁਣਿਆ ਤਿਨ ਕਾ ਹਰ ਥਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰ ਮਾਨੀ। ਵੇਖੋ ਇਹ ਬਚਨ ਮਹਾਰਾਜ ਆਸਾ ਕੀ ਵਾਰ ਦੇ ਅਖੀਰ ਵਿੱਚ ਆਖਰੇ ਨੇ, ਕਿਉਂਕਿ ਜਦੋਂ ਕੋਈ ਗੁਰਬਾਣੀ ਨੂੰ ਇੰਨਾ ਸਹਿਜ ਨਾਲ ਪੜ੍ਹੇਗਾ ਵਿਚਾਰੇਗਾ, ਇਹ ਗੱਲ ਵੱਡੇ ਜਿਗਰੇ ਨਾਲ ਸੁਣਨੀ ਪੈਣੀ ਹੈ ਕਿ ਮੈਂ ਤਾਂ ਇਹਨੂੰ ਭਗਤੀ ਮੰਨੀ ਬੈਠਾ ਸੀ, ਜੋ ਮੈਂ ਆਪਣੇ ਵੱਲੋਂ ਕਰੀ ਜਾ ਰਿਹਾ ਸੀ, ਪਰ ਇਹ ਤਾਂ ਭਗਤੀ ਹੈ ਹੀ ਨਹੀਂ। ਕਿਉਂਕਿ ਭਗਤੀ ਕੇਵਲ ਬਾਹਰਲਾ ਅਡੰਬਰ ਨਹੀਂ ਹੈ। ਉਹ ਤਾਂ ਗੁਰੂ ਮਹਾਰਾਜ ਨੇ ਕਹਿ ਦਿੱਤਾ ਵੀ ਕੋਈ ਗਾਵੈ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ। ਕੋਈ ਪਾਠੀ ਵਧੀਆ ਸੁਰੀਲੀ ਆਵਾਜ਼ ਵਿੱਚ ਪਾਠ ਕਰੇ, ਆਪਾਂ ਕਹਿੰਦੇ ਆਨੰਦ ਆ ਗਿਆ, ਆਪਾਂ ਝੂਠ ਬੋਲਦੇ ਹਾਂ। ਉਹ ਇੱਕ ਕੰਨ ਰਸ ਹੁੰਦਾ ਹੈ, ਆਨੰਦ ਆ ਕੇ ਕਦੇ ਜਾਂਦਾ ਨਹੀਂ ਹੈ। ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਸਾਰੇ ਕਹਿੰਦੇ ਆਪਾਂ ਤਾਂ ਥੋੜ੍ਹੀ ਜਿਹੀ ਮਿੱਠੀ ਚੀਜ਼ ਖਾ ਲਈਏ ਤਾਂ ਵੀ ਕਹਿੰਦੇ ਆਨੰਦ ਆ ਗਿਆ ਜੀ, ਭੋਜਨ ਛਕ ਲਈਏ ਕਹਿੰਦੇ ਆਨੰਦ ਆ ਗਿਆ, ਬੜਾ ਸਵਾਦ ਭੋਜਨ ਬਣਿਆ ਸੀ। ਸਾਡੇ ਆਨੰਦ ਦੀ ਡੈਫੀਨੇਸ਼ਨ ਕੁਝ ਹੋਰ ਹੀ ਹੈ। ਪਰ ਗੁਰੂ ਨੂੰ ਪੁੱਛੀਏ ਆਨੰਦ ਕੀ ਹੈ, ਉਹ ਦੱਸਦਾ। ਫਿਰ ਕਹਿੰਦੇ ਆਨੰਦ ਆਰੇ ਥੱਲੇ ਵੀ ਆਨੰਦ ਨਹੀਂ ਜਾਂਦਾ, ਆਰਾ ਚੀਰ ਰਿਹਾ ਹੈ। ਅਤੇ ਤੁਸੀਂ ਇਤਿਹਾਸ ਪੜ੍ਹੋ, ਭਾਈ ਮਤੀ ਦਾਸ ਕਹਿੰਦੇ ਆਰਾ ਜਲਾਦ ਨੂੰ ਚੀਰਨ ਵਾਲੇ ਨੂੰ, ਆਰੇ ਨੂੰ ਚਲਾਉਣ ਵਾਲੇ ਨੂੰ ਕਹਿੰਦੇ ਵੀ ਆਰਾ ਚਲਾਈ ਪਰ ਤੇਜ਼ੀ ਨਾ ਕਰੀ। ਵੇਖੋ ਹੁਣ ਆਰਾ ਚਲਾਉਣ ਵਾਲੇ ਦਾ ਦਿਲ ਕੰਬ ਰਿਹਾ ਹੈ, ਪਰ ਗੁਰੂ ਦਾ ਸਿੱਖ ਆਰਾ ਪਿਆਰਾ ਲਗਤ ਹੈ ਕਾਰਾ ਕਰੋ ਬਣਾਏ, ਸਿਰ ਜਾਏ ਤਾਂ ਜਾਏ ਮੇਰਾ ਸਿੱਖੀ ਸਿਦਕ ਨਾ ਜਾਏ। ਕਹਿੰਦੇ ਮਤਾ ਲੋਕ ਦੁਨੀਆ ਦੇ ਕਹਿ ਦੇਣ ਬਈ ਸਿੱਖ ਨੇ ਕਿਤੇ ਕਹਿ ਤਾਂ ਹੋਣਾ ਵੀ ਛੇਤੀ ਛੇਤੀ ਆਰੇ ਨਾਲ ਚੀਰ ਕੇ ਖ਼ਤਮ ਕਰਦੇ ਮਾਰਦੇ, ਪਰ ਨਹੀਂ, ਪਤਾ ਲੱਗੇ ਦੁਨੀਆ ਨੂੰ ਆਰਾ ਚਲਾਈ ਬਿਲਕੁਲ ਧੀਮੀ ਧੀਮੀ ਚਾਲ ਦੇ ਵਿੱਚ।
आरा प्यारा लगत है, बड़ा प्यारा लग रहा आरा हुण, क्योंकि अंदर गुरु का दिता होया आनंद है। देग विच भी उबाले खा ले पर आनंद नहीं गया। तो आपां नूं ते कोई माड़ी जी गल कहे तो हुणे आपां कहंदे आनंद उस वेले अग बबूला हो जाता बंदा, पता ही नहीं लगता आनंद किहड़े पासे चला गया है। असी जो अपने वल्लों समझी बैठे हाँ वो भगती नहीं है। भगती वो है गुरु नूं पुछना पेगा भगती की है। महाराज कहते बड़ी दुनिया गा रही है, बड़े बड़े राग बड़े बड़े अलाप लाते ने, बड़िया बड़िया ताना मारते हैं जो कीर्तन करते हैं। बड़ी साधना करनी पैंदी ताना विच लाण वास्ते ना। आम जिहड़ा सिंपल कीर्तन आपां करते हैं हर कोई कर लैंदा है। जिवें भाई निर्मल सिंह खालसा जी पदम श्री रागी होए ने जिहड़े, उन्हां दा कदी कीर्तन सुनो। होर जिवें वड्डे वड्डे रागी, ये बड़ी साधना करनी पैंदी है अलाप ताना विच लाण वास्ते। महाराज कहते कोई गावै रागी नादी बेदी बो भांत कर नहीं, हर हर पिजै राम राजे। आपां बाहरी तरते कोई भी कर्म कर लिया आपां कहंदे गुरु दी दात। महाराज कहंदे नहीं अजे नहीं, अजे ये दात तेरे अपने वल्लों बनाई हुई है। कोई तीर्थां ते इशनान कर आया कहंदा बड़ी बड़ी दात मैनूं मिल गई, बड़ी बख्शिश हुई जी, मैं तो उत्थे यात्रा कर आया हाँ, मैं उत्थे इशनान कर आया, मैं लंगर लाता, मैं अखंड पाठ कराता, ये तो बड़ी बख्शिश हो गई है। पर गुरु नूं पुछ के वे, क्योंकि जदों तक प्रवान नहीं है उदों तक अपना कीता होया कर्म वो किसे लेखे नहीं है। तो प्रवान किवें होवेगी जदों गुरु साहब त्रुट पैण, फिर तेरा हर एक कर्म कीता होया प्रवान है। भाई गुरदास जी लिखते हैं कहते कि फिर तू एक बारी भी गुरु नूं याद करेगा तो गुरु पता नहीं किन्नी वारी तेनू याद करेगा। चरण शरण गुर एक पैंडा जाए, चल सतगुर कोट पैंडा आगे हुए लुए है। एक बार सतगुर मंत्र सिमरन मातर, सिमरन ताहे बारंबार गुर हेत है। एक नेही दात ये कैसी दात है, आपस ते जो पाई है, जो तू अपने वालों ही कहता जी ये दात, बाणी पढ़ ली कहते दात है। महाराज कहते नहीं भाई, दात असल विच वो है जदों गुरु त्रुटदा है। एक हवा बाणी पढ़ रहे हैं, नाम जप रहे हैं, सेवा कर रहे हैं, करनी चाहिए घालना। पर जे आपां सोच लीए भी असीं अपने बल नाल वो गुरु की खुशी लै लवांगे, नहीं, वो तो गुरु की रहमत बख्शिश नाल ही प्राप्त होनी है। तां ही तो गुरु रामदास महाराज सच्चे पातशाह बचन करते ने, जदों कोई जगियासू अंदरों साधना करदा है तो अंदरों उन्होंने जागृति आउंदी है, फिर पता लगता है भी मैं की हाँ। हुण तो आपां बाणी पढ़ ली, आपां सोचिया असीं ब्रह्म ज्ञानी बन गए हाँ, बस 4 दिन गुरुद्वारे आ गए, कहंदा मैं तो हुण पूर्ण ही बन गया। पर जदों कोई शब्द द्वारा अंदर पहुँचता है अपने, फिर पता लगता है मेरा अंदर की है। फिर अंदरों अरदास निकलती है, हम अंधले अंध बिखै बिखराते, क्यों चालै गुर चाली। गुरु की मर्यादा तो असी किवें चल सकते हैं, बड़ी औखी गल है। जो जिमें गुरु कह रहा है उस हिसाब नाल तो बड़ा औखा है, अपने हिसाब नाल सौखा है। हम अंधले अंध बिखै बिखराते, क्यों चालै गुर चाली। सतगुर दया करे सुख दाता, हम लावै आपन पाली। गुर सिख मीत चलो गुर चाली। गुरसिखो मित्रो चलो गुरु की चाल, गुरु की मर्यादा में चलो। पर वो किवें है, जो गुर कहे सोई भल मानो, हर हर कथा निराली। जो गुरु ने कहता उन्होंने भला करके मन लेना, इत्थों भगती शुरू हुंदी है। जो भी अपने जीवन में आया दुख सुख उन्होंने भला करके मन लेना, गुरु वालों बेमुख ना होना, गुरु तो नाराज ना होना, गुरु तो दूर ना जाना। महाराज कहते वाहिगुरु की जिहड़ी महिमा बड़ी निराली है।
पर ਉਹਦੇ ਨਾਲ ਜੀਵ ਜੁੜਦਾ ਤਾਂ ਹੈ ਜੇਕਰ ਗੁਰੂ ਦੀ ਮਰਿਆਦਾ ਨੂੰ ਮੰਨ ਲਵੇ, ਗੁਰੂ ਦੀ ਦਿੱਤੀ ਹੋਈ ਸਿੱਖਿਆ ਨੂੰ ਧਾਰਨ ਕਰ ਲਵੇ ਜੀਵਨ ਦੇ ਵਿੱਚ। ਜੇ ਆਪਾਂ ਇਸ ਹਿਸਾਬ ਨਾਲ ਨਿਰੀਖਣ ਕਰੀਏ ਤੇ ਕੋਈ ਵਿਰਲਾ ਮਿਲੇਗਾ ਗੁਰੂ ਦੀ ਸਿੱਖਿਆ 'ਤੇ ਚੱਲਣ ਵਾਲਾ, ਕੋਈ ਵਿਰਲਾ ਮਿਲੇਗਾ। ਤੋ ਸਾਹਿਬ ਸੱਚੇ ਪਾਤਸ਼ਾਹ ਫਰਮਾਨ ਕਰ ਰਹੇ ਨੇ, ਏਕ ਨੇਹੀ ਦਾਤ ਆਪ ਤੇ ਜੋ ਪਾਈ ਹੈ। ਗੁਰੂ ਅੰਗਦ ਦੇਵ ਜੀ ਕਹਿੰਦੇ ਇੱਕ ਐਸੀ ਦਾਤ ਆਪ ਤੇ ਜੋ ਪਾਈ ਹੈ, ਜੋ ਤੂੰ ਆਪਣੇ ਵੱਲੋਂ ਉਹਨੂੰ ਖਾਨਾ ਪੂਰਤੀ ਕਰਕੇ ਕਹਿਤਾ ਹੈ, ਗੁਰੂ ਦੀ ਦਾਤ ਹੈ। ਨਾਨਕ ਸਾ ਕਰਮਾਤ ਸਾਹਿਬ ਤੁਠੈ, ਜੋ ਮਿਲੈ ਇੱਥੇ ਕਰਮਾਤ ਦਾ ਅਰਥ ਹੈ ਦਾਤ, ਬਖਸ਼ਿਸ਼। ਉਹੀ ਦਾਤ ਹੈ ਜਿਹੜਾ ਗੁਰੂ ਤਰੁੱਠ ਕੇ ਦਿੰਦਾ ਹੈ, ਅਤੇ ਗੁਰੂ ਹਰ ਇੱਕ 'ਤੇ ਐਵੇਂ ਨਹੀਂ ਤਰੁੱਠ ਪੈਂਦਾ। ਗੁਰੂ ਹਰ ਇੱਕ 'ਤੇ ਐਵੇਂ ਨਹੀਂ ਖੁਸ਼ ਹੋ ਜਾਂਦਾ। ਆਮ ਨੋਰਮਲ ਦੁਨੀਆ ਵਿੱਚ ਆਪਾਂ ਵੇਖੀਏ, ਸਕੂਲ ਦੇ ਵਿੱਚ ਕਿੰਨੇ ਬੱਚੇ ਪੜ੍ਹਨ ਜਾਂਦੇ ਨੇ, ਟੀਚਰ ਅਧਿਆਪਕ ਹਰ ਇੱਕ ਬੱਚੇ 'ਤੇ ਇੰਨਾ ਖੁਸ਼ ਨਹੀਂ ਹੁੰਦਾ ਅੰਦਰੋਂ। ਕੋਈ ਬੱਚਾ ਐਸਾ ਹੁੰਦਾ ਹੈ ਜਿਹਦੇ ਵਿੱਚ ਉਹ ਗੁਣ ਹੁੰਦੇ ਨੇ, ਉਹ ਕੁਆਲਿਟੀ ਹੁੰਦੀ, ਅਤੇ ਟੀਚਰ ਅਧਿਆਪਕ ਉਹਦੇ 'ਤੇ ਖੁਸ਼ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰੂ ਦੇ ਕੋਲ ਸਿੱਖ ਬਹੁਤ ਆਉਂਦੇ ਨੇ, ਬੜੀ ਦੁਨੀਆ ਆਉਂਦੀ ਹੈ, ਪਰ ਗੁਰੂ ਵੇਖ ਲੈਂਦਾ ਹੈ ਕਿਹੜਾ ਲਾਇਕ ਹੈ, ਉਹਦੇ 'ਤੇ ਤੁਰਦਾ ਹੈ। ਜਿਵੇਂ ਕੋਈ ਕੀਮਤੀ ਚੀਜ਼ ਆਪਾਂ ਹਰ ਇੱਕ ਮਨੁੱਖ ਨੂੰ ਨਹੀਂ ਫੜਾ ਦਿੰਦੇ। ਆਪਣੇ ਭਾਵੇਂ ਬੱਚੇ ਨੇ, ਸਾਰੇ ਸਿੱਖ ਗੁਰੂ ਦੇ ਬੱਚੇ ਨੇ, ਤੁਹਾਡੇ ਘਰ ਦੇ ਵਿੱਚ ਬੱਚੇ ਨੇ, ਆਪਣੇ ਸਾਰੇ ਘਰਾਂ ਵਿੱਚ ਬੱਚੇ ਨੇ। ਆਪਣੇ ਕੋਲ ਬਹੁਤ ਵਧੀਆ ਗੱਡੀ ਹੈ, ਮੋਟਰਸਾਈਕਲ ਹੈ, ਕੋਈ ਵੀ ਚੀਜ਼ ਹੈ, ਬੱਚਾ ਅਣਜਾਣ ਹੈ ਕਿ ਆਪਾਂ ਉਹਨੂੰ ਚੀਜ਼ ਦੇ ਦੇਵਾਂਗੇ, ਨਹੀਂ ਦੇਵਾਂਗੇ। ਕਿਉਂਕਿ ਪਤਾ ਚੀਜ਼ ਕੀਮਤੀ ਹੈ, ਨਾਲੇ ਤਾਂ ਇਹਦਾ ਨੁਕਸਾਨ ਕਰੇਗਾ, ਨਾਲੇ ਆਪਣੇ ਹੱਡ ਪੈਰ ਤੜਾ ਲੇਗਾ। ਚੀਜ਼ ਬਹੁਤ ਕੀਮਤੀ ਹੈ। ਇਸੇ ਤਰ੍ਹਾਂ ਗੁਰਮੁਖੋ ਨਾਮ ਬੜਾ ਕੀਮਤੀ ਹੈ। ਗੁਰੂ ਐਵੇਂ ਹਰ ਇੱਕ ਨੂੰ ਨਹੀਂ ਤੁਰਟ ਕੇ ਦੇ ਦਿੰਦਾ, ਇਹ ਦਾਤ ਐਵੇਂ ਹਰ ਇੱਕ ਨੂੰ ਨਹੀਂ ਮਿਲਦੀ, ਕਿਉਂਕਿ ਪਤਾ ਸਾਂਭੀ ਨਹੀਂ ਜਾਣੀ ਇਹ ਦਾਤ ਇਹਦੇ ਕੋਲੋਂ। ਕਿਉਂਕਿ ਜਦੋਂ ਨਾਮ ਜਪਿਆ ਤਾਂ ਫਿਰ ਜੇ ਕਿਸੇ ਦੇ ਚੱਲ ਪਵੇ ਤਾਂ ਫਿਰ ਉਹਨੂੰ ਹੰਕਾਰ ਹੋ ਜਾਂਦਾ, ਹਾਂ ਵੀ ਮੈਂ ਬੜਾ ਨਾਮ, ਮੇਰੀ ਇਹ ਅਵਸਥਾ ਬਣੀ, ਮੈਨੂੰ ਇਹ ਕੁਝ ਦਿਖਾਈ ਦੇਣ ਲੱਗ ਪਿਆ। ਕਈ ਮਿਲਦੇ ਨੇ ਥੋੜ੍ਹਾ ਜਿਹਾ ਦਿਨ ਨਾਮ ਜਪਣਗੇ ਨਾ, ਉਹ ਕਹਿੰਦੇ ਮੈਨੂੰ ਤਾਂ ਅੰਦਰੋਂ ਜੋਤ ਦੇ ਦਰਸ਼ਨ ਹੋਣ ਲੱਗ ਪਏ। ਇਹ ਦਾਤ ਗੁਰੂ ਹਰ ਇੱਕ ਨੂੰ ਨਹੀਂ ਦਿੰਦਾ, ਗੁਰੂ ਵੇਖ ਕੇ ਹੀ ਦਾਤ ਦਿੰਦਾ ਜਿਹੜਾ ਅੰਦਰ ਉਹਨੂੰ ਸੰਭਾਲ ਸਕੇ। ਜਿਵੇਂ ਇੱਕ ਮਾਂ ਪਿਓ, ਜਿਵੇਂ ਗਰਮ ਦੁੱਧ ਹੈ, ਆਪਾਂ ਬੱਚੇ ਨੂੰ ਨਹੀਂ ਫੜਾਵਾਂਗੇ, ਉਹਨੂੰ ਫੜਾਵਾਂਗੇ ਠੰਡਾ ਕਰਕੇ ਫੜਾਵਾਂਗੇ। ਕੋਈ ਵੀ ਚੀਜ਼ ਹੈ ਜਿਹੜੀ ਖਤਰੇ ਵਾਲੀ ਹੈ, ਉਹ ਵੇਖ ਲਾਂਗੇ ਵੀ ਇਸ ਸਮੇਂ ਬੱਚਾ ਨਹੀਂ ਸੰਭਾਲ ਸਕਦਾ। ਇਸੇ ਤਰ੍ਹਾਂ ਗੁਰੂ ਕੋਲ ਆਈ ਜਾਓ। ਇੱਕ ਦਿਨ ਗੁਰੂ ਕਿਰਪਾ ਜ਼ਰੂਰ ਕਰੇਗਾ, ਬਖਸ਼ਿਸ਼ ਜ਼ਰੂਰ ਕਰੇਗਾ। ਪਰ ਜੇ ਸਾਡੀ ਭਾਵਨਾ ਬਣੀ ਰਹੀ, ਸ਼ਰਧਾ ਬਣੀ ਰਹੀ, ਫਿਰ ਉਹ ਗੁਰੂ ਤਰੁੱਠ ਕੇ ਦਾਤ ਦਿੰਦਾ ਹੈ, ਉਸ ਨੂੰ ਕਹਿੰਦੇ ਨੇ ਦਾਤ। ਪਹਿਲਾਂ ਬੱਚਾ ਜਿੱਦ ਕਰਦਾ ਸੀ ਮੈਨੂੰ ਦਿਓ, ਮਾਂ ਪਿਓ ਝਿੜਕ ਦਿੰਦੇ ਸੀ, ਚਪੇੜਾ ਵੀ ਮਾਰ ਦਿੰਦੇ ਸੀ। ਜਵਾਨ ਹੋ ਗਿਆ, ਲਾਇਕ ਹੋ ਗਿਆ, ਕਹਿੰਦੇ ਹਾਂ ਇਹਨੂੰ ਹੁਣ ਚਾਬੀਆਂ ਫੜਾ ਦਿੰਦੇ ਨੇ, ਜਾ ਇਹ ਲੈ ਜਾ ਬਾਜ਼ਾਰ ਜਾ, ਘੁੰਮ ਫਿਰਿਆ, ਇਹ ਕਰਿਆ ਉਹ ਕਰਿਆ, ਕੰਮ ਲਾ ਦਿੰਦੇ ਨੇ। ਇੱਕ ਸੇਵਕ ਗੁਰਪਾਸ, ਇੱਕ ਗੁਰਕਾਰਿਆ ਲਾਈਆਂ। ਤੋ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਦਾਤ ਉਹ ਹੈ ਜੋ ਤਰੁੱਠ ਕੇ ਮਿਲੇ। ਆਪਾਂ ਆਪਣੇ ਵੱਲੋਂ ਹੀ ਜੋ ਬਾਹਰਲਾ ਧਰਮ ਕਰਮ ਕਰੀ ਜਾਂਦੇ, ਇਹਨੂੰ ਹੀ ਬਹੁਤ ਵੱਡਾ ਆਪਣੇ ਮਨ ਵਿੱਚ ਇੱਕੋ ਬਣ ਗਿਆ ਵੀ ਮੈਂ ਪਤਾ ਨਹੀਂ ਕੀ ਕਰੀ ਬੈਠਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਭਾਈ ਗੁਰੂ ਦੀ ਰਜ਼ਾ ਨੂੰ ਸਮਝਣਾ ਕਰ, ਗੁਰੂ ਦੀ ਬਖਸ਼ਿਸ਼ ਨੂੰ ਸਮਝਣਾ ਕਰ। ਬਸ ਉਹ ਬਖਸ਼ਿਸ਼ ਸਮਝੀ ਜਿਹੜਾ ਗੁਰੂ ਤਰੁੱਠ ਕੇ ਦਿੰਦਾ ਹੈ। ਅਤੇ ਜਦੋਂ ਗੁਰੂ ਤਰੁੱਠ ਕੇ ਦਿੰਦਾ ਫਿਰ ਸਿੱਖ ਅੰਦਰੋਂ ਮਾਲਾ ਮਾਲ ਹੋ ਜਾਂਦਾ ਹੈ। ਉਸ ਨੂੰ ਮਹਾਰਾਜ ਪੰਚਮ ਪਾਤਸ਼ਾਹ ਕਹਿੰਦੇ ਹਮ ਧਨਵੰਤ ਭਾਗਟ ਸਚ ਨਾਏ, ਹਰ ਗੁਣ ਗਾਵੈ ਸਹਿ ਸੁਆਏ। ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਪਿਆ ਨਿਧਾਨਾ। ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ। ਖਾਵੈ ਖਰਚੈ ਰਲ ਮਿਲ ਭਾਈ, ਟੋਟ ਨਾ ਆਵੈ ਵਧਦੋ ਜਾਏ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਹਰ ਇੱਕ ਨੂੰ ਨਹੀਂ ਇਹ ਖਜ਼ਾਨਾ ਮਿਲਦਾ। ਕਹੋ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨਾ ਲਿਆ ਰਲਾਏ। ਸਤਿਗੁਰੂ ਮੈਂ ਰਾਮਤ ਕਰਨ
ਸਾਨੂੰ ਵੀ ਗੁਰਮਤਿ ਦੇ ਅਨੁਸਾਰ ਜੀਵਨ ਜੀਵਨ ਦਾ ਢੰਗ ਮਿਲ ਜਾਵੇ, ਜੁਗਤੀ ਆ ਜਾਵੇ। ਸਤਿਗੁਰੂ ਐਸੀ ਦਇਆ, ਐਸੀ ਰਹਿਮਤ, ਐਸੀ ਬਖਸ਼ਿਸ਼ ਕਰਨ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ।